हाँ जी। ਕੀ ਹਾਲ ਹੈ ਜੀ ਸਾਰਿਆਂ ਦਾ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਦੋਸਤੋ, ਜਿਵੇਂ ਤੁਸੀਂ ਜਾਣਦੇ ਹੋ ਕਿ ਸਲੀਪੀ ਕਲਾਸਿਸ ਦੇ ਪਲੇਟਫਾਰਮ ਤੇ ਅਸੀਂ ਪੰਜਾਬ ਪੀਸੀਐਸ ਦਾ ਕੋਰਸ ਵੀ ਪਹਿਲੀ ਵਾਰੀ ਲਾਂਚ ਕਰ ਦਿੱਤਾ ਹੈਗਾ, ਜਿਹਦੇ ਵਿੱਚ ਸਾਡੇ ਜਿਹੜੇ ਮੈਂਟਰਸ ਤੁਸੀਂ ਦੇਖਦੇ ਹੋ, ਜੋ ਮੈਮ ਜੀਓਗ੍ਰਾਫੀ ਪੜ੍ਹਾਉਂਦੇ ਨੇ, ਜੋ ਮੈਡਮ এনवायरमेंट ਪੜ੍ਹਾਉਂਦੇ ਨੇ, ਜਿਹੜੇ ਸਰ ਪੋਲਿਟੀ ਪੜ੍ਹਾਉਂਦੇ ਨੇ, ਸਾਇੰਸ ਪੜ੍ਹਾਉਂਦੇ ਨੇ, ਮੈਂ ਆਪਣੀ ਗੱਲ ਕਰਾਂ, ਅਸੀਂ ਸਾਰੇ ਹੀ पीसीएस स्पैसिफिक प्रोग्राम लैके आए हाँ, बिकॉज बहुत जल्द पीसीएस की नोटिफिकेशन आने वाली है। तो ये वाला वीडियो बनाने का मेरा मकसद सीगा कि मैं थोड़े नाल कुछ ऐसे रिगार्डिंग गल्लां भी डिस्कस कर सकां, बिकॉज फर्स्ट टाइम स्लीपी क्लासिस के प्लेटफॉर्म पर असी कंप्लीट पीसीएस स्पैसिफिक ऐसे मैंटरशिप प्रोग्राम भी लॉन्च कर दिता है। साडा स्लोगन यही हैगा, हर मैदान फतेह। आपां जित हासिल करनी है। बड़े सारे बच्चे होंगे ਜਿਹੜੇ ਵੀਡੀਓ ਦੇਖ ਰਹੇ ਨੇ, ਜੋ यूपीएससी ਦੀ ਵੀ ਤਿਆਰੀ ਕਰਦੇ ਪਏ ਨੇ ਨਾਲ ਦੇ ਨਾਲ, ਐਂਡ ਆਫ ਕੋਰਸ ਉਹ ਐਜ਼ ਅ ਬੈਕਅਪ ਪਲਾਨ ਲਈ ਸਟੇਟ ਪੀਸੀਐਸ ਦੀ ਵੀ ਇੱਕ ਪ੍ਰੈਪਰੇਸ਼ਨ ਕਰਦੇ ਪਏ ਨੇ। ਨਾਓ यूपीएससी ਚ ਆਪਾਂ ਦੇਖ ਰਹੇ ਹਾਂ ਚੀਜ਼ਾਂ ਕਾਫੀ ਅਨਪ੍ਰੈਡਿਕਟੇਬਲ ਨੇ। ਪ੍ਰੀਲਿਮਸ ਦੇ ਕੁਐਸਚਨਸ ਕਾਫੀ ਸਾਰੇ ਇਹੋ ਜਿਹੇ ਟੌਪਰਸ ਨਾਲ ਮੇਰੀ ਗੱਲ ਹੋਈ ਪਿਛਲੇ ਕੁਝ 3-4 ਦਿਨਾਂ ਦੇ ਵਿੱਚ, ਚਾਹੇ ਬਿਹਾਰ ਦੇ ਨੇ, ਚਾਹੇ यूपी ਦੇ ਨੇ, ਚਾਹੇ ਹਰਿਆਣਾ ਦੇ ਨੇ। ਉਹਨਾਂ ਦਾ ਨਹੀਂ ਹੋਇਆ ਕਲੀਅਰ यूपीएससी, ਕਿਸੇ ਦਾ ਪ੍ਰੀਲਿਮਸ ਨਹੀਂ ਕਲੀਅਰ ਹੋਇਆ, ਕਿਸੇ ਦਾ ਮੇਨਸ ਤੱਕ ਗੱਲ ਗਈ, ਉਹ ਫਿਰ ਉਸ ਤੋਂ ਬਾਅਦ नहीं ਗੱਲ बनी। बट एक बैकअप होना ज़रूरी है। आफ्टर ऑल इतनी सारी नॉलेज अगर हमने गेन करी है यूपीएससी की तैयारी में, तो कुछ ना कुछ तो उसका हमको एडवांटेज हो। तो स्टेट पीसीएस बहुत सारे बच्चों के लिए प्लान बी रहता है। सो दोस्तों, आई होप कि ਜਿਹੜੇ ਬੱਚੇ ਵੀਡੀਓ ਦੇਖ ਰਹੇ ਨੇ, ਖਾਸ ਕਰਕੇ ਜੇ ਤੁਸੀਂ ਪੰਜਾਬ ਤੋਂ ਬਿਲੋਂਗ ਕਰਦੇ ਹੋ ਜਾਂ ਪੰਜਾਬ ਤੋਂ ਬਾਹਰ ਵੀ ਰਹਿੰਦੇ ਹੋ ਤੇ ਤੁਸੀਂ ਪੀਸੀਐਸ ਪੰਜਾਬ ਪੀਸੀਐਸ ਦੀ ਤਿਆਰੀ ਕਰ ਰਹੇ ਹੋ, ਮੈਂ ਉਮੀਦ ਕਰਦਾ ਹਾਂ ਕਿ ਇਹ ਐਸੇ ਪ੍ਰੋਗਰਾਮ ਜਿਹੜਾ ਸਲੀਪੀ ਕਲਾਸਿਸ ਦੇ ਪਲੇਟਫਾਰਮ ਤੇ ਲਾਂਚ ਕੀਤਾ ਜਾ ਰਿਹਾ ਹੈ, ਤੁਹਾਡੇ ਲਈ ਬਹੁਤ ਮਦਦਗਾਰ ਰਹੇਗਾ ਤੇ ਬਹੁਤ ਲੋੜਵੰਦ ਰਹੇਗਾ। ਮੈਂ ਪਹਿਲਾਂ ਤੁਹਾਨੂੰ ਥੋੜੀ ਇਨਸਟਰਕਸ਼ਨਸ ਦੱਸਦਾ। ਜੇ ਆਪਾਂ ਪੰਜਾਬ ਪੀਸੀਐਸ ਐਸੇ ਪੇਪਰ ਦੀ ਗੱਲ ਕਰੀਏ, ਦੇਖੋ 150 ਮਾਰਕਸ ਦਾ ਹੁੰਦਾ ਹੈ ਨਾ। 150 ਮਾਰਕਸ ਦਾ ਹੈਗਾ ਤਾਂ ਮੀਨਸ ਲਾਈਟਲੀ ਤਾਂ ਨਹੀਂ ਲੈ ਸਕਦੇ। ਇਹ 150 ਮਾਰਕਸ ਆਪਣੇ ਮੈਰਿਟ ਲਿਸਟ ਤੇ ਕਾਊਂਟ ਹੁੰਦੇ ਨੇ। ਦੇਖੋ ਜਿਵੇਂ यूपीएससी ਚ ਆਪਾਂ ਕਹਿੰਦੇ ਆ ਕਿ ਮੇਨਸ ਬਹੁਤ ਜ਼ਰੂਰੀ ਹੈ, अल्टीमेटली देखो प्रीलिम्स का स्कोर तो कितने नहीं काउंट हो रहा, मेन तो अपना मेन्स का ही स्कोर काउंट होता है। तो 150 मार्क्स आप क्यों फिर उन्होंने है ना ढिल छड़िए, क्यों आप लाइटली लईए, वाई टू इग्नोर सच अ क्रूशल कंपोनेंट। सो ये की होंगे कि 6 टॉपिक्स दिते जाते हैं थानू। यू विल बी गिवन 6 टॉपिक्स। 6 टॉपिक्स दे विचों तुसी कोई भी 3 टॉपिक्स के उपर ऐसे लिखना है। टाइम कितना? 3 घंटे का। 3 घंटे का टाइम है, विच मीनस कि तुसी एक ऐसे 45 मिनट्स ਦੇ ਵਿੱਚ ਕੰਪਲੀਟ ਕਰਨਾ, क्योंकि 10 मिनट ਤੁਸੀਂ ਮਾੜਾ ਮੋਟਾ ਰਫ ਵਰਕ ਵੀ ਕਰੋਗੇ, ਥੋੜਾ ਬਹੁਤਾ ਫਰੇਮਵਰਕ ਬਣਾਓਗੇ, ਹੈ ਕਿ ਨਹੀਂ? ਤੇ ਵਿਚ ਮੀਨਸ ਕਿ ਇੱਥੇ ਗੇਮ ਹੈਗੀ 150 ਮਾਰਕਸ ਦੀ, ਵਿਚ ਇਜ਼ 3 ਐਸੇਜ਼ ਆਪਾਂ ਲਿਖਣੇ ਨੇ, ਤੇ ਪਰ ਐਸੇ ਆਪਾਂ 45 to 50 ਮਿੰਟਸ ਲਾਣੇ ਆ ਲਿਖਣ ਦੇ ਵਿੱਚ। 10 ਮਿੰਟ ਆਪਾਂ ਇੱਕ ਰਫ ਫਰੇਮਵਰਕ ਰੱਖਾਂਗੇ। ਜੇ ਤੁਸੀਂ यूपीएससी ਦੀ ਤਿਆਰੀ ਕਰ ਰਹੇ ਹੋ ਤੇ ਇਹ ਨਹੀਂ ਹੈਗਾ, ਘਬਰਾਉਣ ਦੀ ਗੱਲ ਨਹੀਂ ਹੈਗੀ ਕਿ ਜੋ ਟੌਪਿਕਸ ਤੁਹਾਨੂੰ ਪੁੱਛੇ ਜਾਣਗੇ ਬਹੁਤ ਆਊਟ ਆਫ ਦੀ ਵਰਲਡ ਹੋਣਗੇ, ਬਹੁਤ ਈਜ਼ੀ ਟੌਪਿਕ ਹੋਣਗੇ। हालां अजे तक कोई फिलोसफिकल टॉपिक नहीं आया पंजाब पीसीएस दे विच, बट वी नैवर नो कि हुण आने वाले पीसीएस दे विच, पंजाब पीसीएस दे विच कोई फिलोसफिकल टॉपिक आ जाए। तो आपां तैयारी अपनी हर पक्षों रखनी है। जिहड़ा ऐसे हैगा वो 800 वर्ड्स दे विच, यानी कि जिहड़ी वर्ड लिमिट हैगी है पर ऐसे वो 800 वर्ड्स है। तो दोस्तों 2400 वर्ड्स, 2000 2500 वर्ड्स टू एनीवेयर बिटवीन 2000 to 2500 वर्ड्स, ये आपां लिखने हैगे ने विदिन 3 आवर्स। देखो जो कंटेंट हैगा है ना, जो हुण मैं तुहानूं फॉर एग्जाम्पल टॉपिक्स दिखा देवां, बड़े सीधे टॉपिक ने तुहाडे सामने। हुण देखो 2018 का पेपर हैगा, स्टैंडर्ड ऑफ डिसेंट इन इंडियन इलैक्शनरिंग, हाउ लो इज टू लो, मास मीडिया वर्सेस सोशल मीडिया, आर्टिफिशियल इंटैलीजेंस की गल हो रही है, इंप्लीकेशंस ऑफ राइजिंग कंज्यूमरिज्म की गल हो रही है। ये चीज़ां आपां पढ़ियां होईयां ने, ये चीज़ां ਅਸੀਂ जीएस ਦੇ ਵਿੱਚ ਪੜ੍ਹੀਆਂ ਨੇ, यूपीएससी ਦੀ ਤਿਆਰੀ ਕਰਦੇ ਹਾਂ, ਨਿਊਜ਼ਪੇਪਰਸ ਪੜ੍ਹਦੇ ਹਾਂ, ਕਰੰਟ ਅਫੇਅਰਸ ਪੜ੍ਹਦੇ ਹਾਂ। ਸੋ ਇਹ ਚੀਜ਼ਾਂ ਆਊਟ ਆਫ ਰੀਚ ਨਹੀਂ ਹੈਗੀਆਂ, ਦਿਸ ਇਜ਼ ਵੈਰੀ ਮਚ ਵਿਦਿਨ ਦ ਰੀਚ। ਸਾਡਾ ਕੀ ਮਕਸਦ ਹੈ ਸਲੀਪੀ ਕਲਾਸਿਸ ਦਾ? ਕੀ ਮਕਸਦ ਹੈਗਾ ਕਿ ਤੁਹਾਨੂੰ ਘੱਟ ਸਮੇਂ ਦੇ ਵਿੱਚ ਕਿਵੇਂ ਇੱਕ ਇਫੈਕਟਿਵ ਤਿਆਰੀ ਕਰਵਾ ਸਕੀਏ। ਕਿ ਬਈ ਇਹ ਟੌਪਿਕਸ ਨੇ, ਮੈਂ ਤੁਹਾਨੂੰ ਥੀਮਸ ਦੱਸ ਦੇਣਾ ਕਿ ਵੀ ਇਹ ਥੀਮਸ ਦੇ ਉੱਪਰ ਤੁਹਾਨੂੰ ਐਸੇ ਆਣਗੇ, ਉਹ ਥੀਮਸ ਅਸੀਂ ਪ੍ਰਿਪੇਅਰ ਕਰਨੀ ਹੈ। भी ਉਹਦੇ ਵਿੱਚ ਕੋਈ ਫੈਕਚੁਅਲ ਡੇਟਾ ਹੈਗਾ, ਕੋਈ ਐਨਾਲਿਟੀਕਲ ਡੇਟਾ ਹੈਗਾ, दैट इज टेलर मेड कंटेंट, क्योंकि इन्ना टाइम नहीं ਹੁੰਦਾ। ਪ੍ਰੀਲਿਮਸ ਤੋਂ ਬਾਅਦ ਆਪਣੇ ਕੋਲ ਟਾਈਮ ਬੜਾ ਘੱਟ ਹੈ। ਕੰਪੀਟੀਸ਼ਨ ਸਹੀ ਮੰਨੋ, ਤੁਹਾਡੇ ਚੋਂ ਬਹੁਤ ਸਾਰੇ ਬੱਚੇ ਹੋਣਗੇ ਜੋ ਕਹਿਣਗੇ ਜਾਂ ਤਾਂ ਮੈਂ ਐਸਡੀਐਮ ਬਣਨਾ ਹੈ ਜਾਂ ਮੈਂ ਡੀਐਸਪੀ ਬਣਨਾ ਹੈ,
ਪਰ ਤੁਹਾਡੇ ਵਿੱਚੋਂ ਕਾਫੀ ਇਹੋ ਜਿਹੇ ਬੱਚੇ ਹੋਣਗੇ ਜਿਨ੍ਹਾਂ ਨੂੰ ਨਹੀਂ ਉਹ ਰੈਂਕ ਮਿਲਣਾ। ਸੋ ਜੇ ਆਪਾਂ ਉਹ ਰੈਂਕ ਚਾਹੁੰਦੇ ਆ, ਜੇ ਆਪਾਂ SDM ਬਣਨਾ ਚਾਹੁੰਦੇ ਆ, DSP ਬਣਨਾ ਚਾਹੁੰਦੇ ਆ, ਸਾਨੂੰ ਕੋਈ ਵੀ ਚੀਜ਼ ਇਗਨੋਰ ਨਹੀਂ ਕਰਨੀ ਹੈਗੀ ਹੈ। ਸਾਨੂੰ ਆਪਣੇ ਕੰਟੈਂਟ ਦੇ ਉੱਪਰ, ਆਪਣੇ ਆਨਸਰ ਰਾਈਟਿੰਗ ਦੇ ਉੱਪਰ ਕੌਨਫੀਡੈਂਸ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਤੇ ਉਹੀ ਸਾਡਾ ਮਕਸਦ ਹੈਗਾ ਕਿ ਘੱਟ समय ਦੇ ਵਿੱਚ, मिनिमम टाइम में कैसे आपकी एफिशिएंसी और इफेक्टिवनेस बढ़ा सकते हैं, ये हमारा मेन मोटिव है। चलो मिसाल के तौर पर वीडियो के विच तुहानूं होर भी चीज़ां चलो मैं समझा रहा। ये टॉपिक हैगा आर्टिफिशियल इंटैलीजेंस एंड इट्स इंपैक्ट ऑन वर्ल्ड। मैं ये टॉपिक का ना ऐसे थोड़ा ब्रीफली इत्थे प्रिपेयर किया हैगा ताकि तुहानूं समझा सकां कि आपां टॉपिक नूं ब्रेक डाउन किवें करना है। हुण AI एंड इट्स इंपैक्ट ऑन वर्ल्ड, AI के बारे बहुत गल्लां बड़ियां होणीआं, न्यूज़पेपर दे विच आर्टिकल्स काफ़ी आउंदे ने। ये तो है नहीं कि आपां AI बारे पता नहीं है, चैट GPT गूगल बार्ड आपां सब यूज़ करते हैं, है ना। हुण जदों डेफिनेशन लिखण दी आंदी है, मैं तुहानूं सही गल कह रहा, जदों लिखण दी गल आंदी है ना, फिर लल्ले फब्बे नहीं चलते, फिर बंदा बड़ा कन्फ्यूज हो जाता है, बौंदल जाता है कि अच्छा हुण की लिखा इत्थे मैं। देखो सीधी गल हैगी, जे टॉपिक तुहानूं पुछा गया है, तुहानूं सब तो पहला वॉट इज़ आर्टिफिशियल इंटैलीजेंस, इहदी डेफिनेशन की हैगी है वो लिखनी है। हुण तुसीं कुछ भी तुरदे फिरदे तो नहीं लिख सकते ना, तुसी यू हैव टू बी टू दी पॉइंट, यू हैव टू बी वेरी प्रिसाइज। आफ्टर ऑल तुसी PCS दे एग्जाम लिख रहे हो, यू आर नॉट राइटिंग अ क्लास 10th का एग्जाम, यू आर नॉट गिविंग अ बोर्ड एग्जाम, सो यू हैव टू बी प्रिसाइज बिकॉज कॉम्पिटिशन बच्चे बहुत ज्यादा है, कॉम्पिटिशन घट नहीं है। ये ना सोचो कि PCS च कॉम्पिटिशन घट है तो UPSC च ज्यादा है, सगों UPSC नालों ज्यादा कॉम्पिटिशन PCS च है, सीटां दी मारामारी ज्यादा हैगी है PCS ते HCS दे विच। हुण मैं किवें अप्रोच करांगा, हुण AI एंड इट्स इंपैक्ट ऑन द वर्ल्ड, पहला तो मैं दसांगा कि भाई AI है की, उहदी डेफिनेशन की हैगी है। सो आर्टिफिशियल इंटैलीजेंस इज द एबिलिटी ऑफ मशीन टू मिमिक ह्यूमन इंटैलीजेंस, ह्यूमन इंटैलीजेंस की नकल लगानी। AI systems are able to learn from data, interpret from data, identify patterns, and then the AI systems they make decisions without being explicitly programmed। हुण कई सारी आपां डेफिनेशन दे सकते हैं AI दी, तुसी UN डेफिनेशन दे दो, तुसी IMF डेफिनेशन दे दो, तुसी यूरोपियन यूनियन दी डेफिनेशन दे दो, पर आपां एक गल नूं याद रखिए, जिन्ना सिंपल हो सके उन्ना सिंपल आपां रखना हैगा। जिन्ना आपां सिंपल, प्लीज अंडरस्टैंड, मैं जेनरिक नहीं कह रहा, यू डोंट हैव टू बी ओवर जेनरिक, बट कीप इट सिंपल, स्टिक टू द बेसिक्स। तुसी जिन्ना सिंपल रहोगे, जिन्ना टू दी बेसिक रहोगे, उन्ना ही तुसी प्रभाव पा पाओगे एग्जामिनर दे माइंड ते। चलो बहुत सारी डेफिनेशंस AI दी हो सकती है, बट एक कॉमन डेफिनेशन किहड़ी हैगी है कि भाई एक मशीन च एबिलिटी हैगी है कि वो भी कॉम्प्लीकेटेड टास्क, मल्टीपल टास्क वो मशीन परफॉर्म कर सकती है, जिहदे लई अपनी ह्यूमन इंटैलीजेंस की रिक्वायरमेंट होंदी है। सो बिना ह्यूमन इंटैलीजेंस की वरतों तो वो टास्क वो मशीन परफॉर्म करती पई है। हुण टास्क किहड़े हुंदे ने, फॉर एग्जाम्पल स्पीच रैकोगनिशन, विजुअल परसैप्शन, डिसीजन मेकिंग की गल आती है, ट्रांसलेशन, इंटरप्रिटेशन। जिहड़ा आइडियल करैक्टरिस्टिक हैगा AI दा वो की हैगा कि भाई वो जिहड़ी मशीन है वो रैशनलाइज एक बड़ा एक लॉजिकल ते रैशनल तरीके नाल एक्शनस लैंदी है, एंड वो स्पैसिफिक गोल तक पहुंचण लई जिहड़े भी लॉजिकल स्टैप्स रिक्वायर्ड होंदे ने वो लॉजिकल स्टैप्स वो मशीन लैंदी है। सो AI इस प्रिंसिपल ते निर्धारित है कि भी ह्यूमन इंटैलीजेंस यानी कि आपां जिहड़ी मशीन है आर्टिफिशियल इंटैलीजेंस बेस्ड वो वही चीज नकल लगा सकती है। मिमिक करना मीनस नकल लगाना। जिवें अपनी ह्यूमन इंटैलीजेंस दी मतलब एक मशीन दे विच ये क्षमता हैगी है जी कि वो साडी ह्यूमन इंटैलीजेंस नूं मिमिक कर सकती है ते टास्क यू नो जिवें टास्क आपां एग्जीक्यूट करते हैं। फॉर एग्जाम्पल जे मैं टीचर हाँ, मैं एग्जाम चैक कर रहा है ना, आंसर कॉपीज चैक कर रहे हैं, पढ़ा रहे हैं, कोई चीज़ इदां लैक्चर बना रहे हैं, वही चीज़ मान लो कोई रिबॉट बनाना शुरू कर दे, कल नूं मेरी थां ते इत्थे रिबॉट बैठा होवे, कल नूं मेरी थां ते यू नो थोड़े पेपर चैक करने लई कोई रिबॉट चैक कर रहा होवे, यानी कि वो रिबॉट वही चीज़ करदा पिया जो कि मैं कर सकदा, पर उहदे लई रिबॉट नूं ट्रेन किन्ने करना, मैं ट्रेन करना। सो गोल की आर्टिफिशियल इंटैलीजेंस दा टू मिमिक यानी कि नकल लगाना ऑफ ह्यूमन कॉग्निटिव एक्टिविटी। हुण बड़े सारे रिसर्चर्स ने, बड़े सारे डिवेलपर्स ने इस फील्ड दे विच, इस टेक्नोलॉजी दे विच जो कि बहुत ज़्यादा प्रोग्रेस कर रहे हैं आर्टिफिशियल इंटैलीजेंस दे विच, मशीन लर्निंग दे विच, कि किवें तेज़ तरीके नाल, तेज़ गति नाल जिहड़ी मशीनां ने वो अपनी ह्यूमन इंटैलीजेंस नूं नकल लगा के, भावें लर्निंग है, रीजनिंग है, परसैप्शन है, इन्हां चीज़ां नूं नकल लगा के किवें वो कॉम्प्लीकेटेड टास्क परफॉर्म कर सकन। हुण मैं तुहानूं दस्सिया कि आपां हुण ऐसे लिखना हैगा, हुण आपां सिंपल रहिए। हुण AI हो सकदा तुसीं यार
ਤੁਸੀਂ ਟੈਕਨੋਲੋਜੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮੇਰੇ ਤੋਂ ਵੀ ਵੱਧ ਕੇ ਪੜ੍ਹੀ ਹੋਵੇ। ਮੈਂ ਤਾਂ ਚਲੋ ਨਹੀਂ ਪੜ੍ਹੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਟੈਕਨੋਲੋਜੀ, ਮੈਂ ਤਾਂ ਇੱਕ UPSC ਐਸਪੀਰੈਂਟ ਸੀਗਾ, ਉਸ ਤੋਂ ਪਹਿਲਾਂ ਮੈਂ ਬੀਟੈਕ ਕਰੀ ਸੀਗੀ। ਹੁਣ ਮੇਰੇ ਜ਼ਮਾਨੇ ਜਦੋਂ ਬੀਟੈਕ ਸੀਗੀ ਉਦੋਂ ਇੰਨੀ ਜ਼ਿਆਦਾ ਟੈਕਨੋਲੋਜੀਆਂ ਨਹੀਂ ਆਈਆਂ ਸੀਗੀਆਂ। ਹੋ ਸਕਦਾ ਹੈ ਤੁਸੀਂ AI ਬਾਰੇ, ਮਸ਼ੀਨ ਲਰਨਿੰਗ ਬਾਰੇ ਮੇਰੇ ਤੋਂ ਵੀ 5 ਚੀਜ਼ਾਂ ਜ਼ਿਆਦਾ ਪੜ੍ਹੀਆਂ ਹੋਣ, ਪਰ ਹੁਣ ਆਪਾਂ ਉਹ ਕੰਪਲਿਕੇਟਡ ਚੀਜ਼ਾਂ ਤਾਂ ਨਹੀਂ ਲਿਖਾਂਗੇ ਐਸੇ ਦੇ ਵਿੱਚ। ਤੁਹਾਨੂੰ ਲੱਗਦਾ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਬਾਰੇ PhD ਕਰ ਦਾਂਗੇ ਤੁਹਾਨੂੰ ਬਹੁਤ ਨੰਬਰ ਮਿਲ ਜਾਣਗੇ। ਆਫਟਰ ਆਲ ਟਾਈਮ ਤਾਂ ਸਾਡੇ ਕੋਲ ਘੱਟ ਹੈ, ਟਾਈਮ ਤਾਂ ਆਪਣੇ ਕੋਲ 40-45 ਮਿੰਟ ਦਾ ਹੀ ਹੈਗਾ, 40-45 ਮਿੰਟਸ ਦਾ ਹੈਗਾ। 10-15 ਮਿੰਟ ਤੁਸੀਂ ਆਪਣਾ ਇੱਕ ਰਫ ਵਰਕ ਕਰੋਗੇ ਫਰੇਮਵਰਕ ਬਣਾਉਣ ਲਈ। ਹੁਣ ਤੁਸੀਂ ਇੱਕ ਐਗਜ਼ਾਮਪਲ ਨਾਲ ਇੱਥੇ ਸਮਝਾਓ ਕਿ ਜੀ AI ਹੁੰਦਾ ਕੀ ਹੈ। ਹੁਣ ਮੰਨ ਲਓ ਤੁਸੀਂ ਕੁੱਤੇ ਨਾਲ ਖੇਡਦੇ ਪਏ ਹੋ, ਤੁਹਾਡੇ ਕੋਲ ਪੈਟ ਹੈਗਾ, ਤੁਸੀਂ ਇਹਨੂੰ ਬਾਲ ਸਿੱਟਦੇ ਹੋ। ਉਹ ਕੁੱਤਾ, ਜਿਵੇਂ ਹੁਣ ਕੁੱਤੇ ਦਾ ਨਾਂ ਲਿਖਣ ਦੀ ਲੋੜ ਨਹੀਂ ਆਪਾਂ ਨੂੰ, ਟੌਮੀ ਹੋਵੇ, ਰੌਕੀ ਹੋਵੇ, ਹੁਣ ਤੁਸੀਂ ਉਹਨੂੰ ਬਾਲ ਸਿੱਟਦੇ ਹੋ ਛੋਟੇ ਜਿਹੇ ਡਿਸਟੈਂਸ ਤੱਕ, ਉਹ ਬਾਲ ਫੜ ਕੇ ਲੈ ਕੇ ਆਉਂਦਾ ਹੈ ਤੇ ਖੁਸ਼ੀ 'ਚ ਉਹ ਐਕਸਪੈਕਟ ਕਰਦਾ ਹੈ ਕਿ ਵੀ ਤੁਸੀਂ ਉਹਨੂੰ ਕੋਈ ਰਿਵਾਰਡ ਦੋਗੇ। ਤੁਸੀਂ ਇਹਨੂੰ ਹੱਡੀ ਦੇਤੀ, ਕੋਈ ਸਨੈਕ ਦੇਤਾ, ਕੋਈ ਬਿਸਕਿਟ ਦੇਤਾ। ਓਵਰ ਅ ਪੀਰੀਅਡ ਆਫ ਟਾਈਮ ਜਿਹੜਾ ਕੁੱਤਾ ਹੈਗਾ ਉਹ ਲਰਨ ਕਰਦਾ ਹੈ ਕਿ ਵੀ ਹੋਰ ਕਿਵੇਂ ਮੈਂ ਅੱਗੇ ਜਾ ਸਕਦਾ। ਜੇ ਵੀ ਮੇਰਾ ਜਿਹੜਾ ਮਤਲਬ ਹੁਣ ਫੋਰ ਐਗਜ਼ਾਮਪਲ ਜੇ ਮੇਰੇ ਕੋਲ ਡੌਗ ਹੈਗਾ ਤੇ ਉਹ ਡੌਗ ਦਾ ਮਾਸਟਰ ਮੈਂ ਹੋਇਆ, ਉਹ ਅਗਲਾ ਜੇ ਕੁੱਤਾ ਕਹਿੰਦਾ ਵੀ ਹੁਣ ਮੈਨੂੰ ਬਾਲ ਹੋਰ ਦੂਰ ਸਿੱਟੂਗਾ, ਤੇ ਉਹ ਜੇ ਦੂਰ ਬਾਲ ਸਿੱਟੂਗਾ ਤੇ ਮੈਂ ਦੂਰੋਂ ਲੈ ਕੇ ਆਊਂਗਾ, ਤੇ ਡੌਗ ਨੂੰ ਐਕਸਪੈਕਟੇਸ਼ਨ ਹੋਣੀ ਹੈ ਕਿ ਮੈਨੂੰ ਇੱਕ ਹੱਡੀ ਦੀ ਥਾਂ ਤੇ 2 ਹੱਡੀ ਮਿਲਣੀ ਹੈ। ਸੋ ਵਿਚ ਮੀਨਸ ਕਿ ਡੌਗ ਇਜ਼ ਲਰਨਿੰਗ ਫਰੋਮ ਹਿਜ਼ ਔਰ ਹਰ ਓਨ ਐਕਸਪੀਰੀਅੰਸ। ਉਸੇ ਤਰੀਕੇ ਨਾਲ ਜਿਹੜਾ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮ ਹੈਗਾ ਉਹ ਵੀ ਸਿਮਿਲਰ ਵੇ ਤੇ ਵਰਕ ਕਰਦਾ ਹੈ। ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮ ਭਾਵੇਂ ਹੈਲਥ ਕੇਅਰ ਹੈ, ਭਾਵੇਂ ਸਪੇਸ ਟੈਕਨੋਲੋਜੀ ਹੋਵੇ, ਭਾਵੇਂ ਆਪਾਂ ਐਜੂਕੇਸ਼ਨ ਦੀ ਗੱਲ ਕਰੀਏ, ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮਸ ਨੂੰ ਟ੍ਰੇਨ ਕੀਤਾ ਜਾਂਦਾ ਹੈ ਬੇਸਡ ਔਨ ਡੇਟਾ। ਉਹ ਫਿਰ ਡੇਟਾ ਨੂੰ ਇੰਟਰਪ੍ਰੇਟ ਕਰਦੇ ਨੇ ਮਸ਼ੀਨਸ, ਉਹ ਆਈਡੈਂਟੀਫਾਈ ਕਰਦੇ ਨੇ ਕੀ ਪੈਟਰਨਸ ਰਿਪੀਟ ਹੋ ਰਹੇ ਨੇ, ਉਸ ਹਿਸਾਬ ਨਾਲ ਡਿਸੀਜਨ ਕਰਦੇ ਨੇ। ਫੋਰ ਐਗਜ਼ਾਮਪਲ ਜਿਵੇਂ AI ਸਿਸਟਮ ਵਿਚ ਇਜ਼ ਟ੍ਰੇਨਡ ਔਨ ਮੈਡੀਕਲ ਇਮੇजेस that can learn to identify cancer cells with a lot of with greater precision, greater accuracy than even a human doctor. So ਇਹਦੇ ਨਾਲ ਕਿੰਨਾ ਫਾਇਦਾ ਹੈਗਾ। ਹੁਣ ਜਿਸ ਇਨਸਾਨ ਨੂੰ, ਜਿਸ ਵਿਅਕਤੀ ਨੂੰ ਕੈਂਸਰ ਹੈਗਾ, ਹੁਣ ਉਹਨੂੰ ਡਾਇਗਨੋਸ ਜੇ ਨਹੀਂ ਹੋ ਰਿਹਾ, ਤੇ ਜੇ ਮੰਨ ਲਓ ਕਿ ਡਾਕਟਰ ਤੋਂ ਡਾਇਗਨੋਸ ਨਹੀਂ ਹੋ ਰਿਹਾ, ਤੇ ਮਸ਼ੀਨਾਂ ਨੂੰ ਟ੍ਰੇਨ ਕੀਤਾ ਜਾ ਰਿਹਾ ਕਿ ਕਿਵੇਂ ਉਹ ਡਾਇਗਨੋਸ ਕਰ ਸਕਦੇ ਨੇ। ਗੱਲ ਸਮਝ ਰਹੇ ਹੋ? ਸੋ ਕਿੰਨੇ ਬੈਨੀਫਿਟਸ ਨੇ। ਇਹ ਤਾਂ ਆਪਾਂ ਐਗਜ਼ਾਮਪਲ ਦੀ ਗੱਲ ਕੀਤੀ ਹੈ। ਹੁਣ ਜੇ ਐਪਲੀਕੇਸ਼ਨ ਆਫ AI ਦੀ ਆਪਾਂ ਗੱਲ ਕਰੀਏ, ਕਿੰਨੇ ਸਾਰੇ ਐਪਲੀਕੇਸ਼ਨ ਆਉਂਦੇ ਨੇ। ਹੈਲਥ ਕੇਅਰ 'ਚ ਹੋ ਗਿਆ ਜੀ, ਟਰਾਂਸਪੋਰਟੇਸ਼ਨ, ਮੈਨੂਫੈਕਚਰਿੰਗ, ਐਜੂਕੇਸ਼ਨ, ਰੋਬੋਟਿਕਸ, ਕਸਟਮਰ ਸਰਵਿਸ, ਹੈ ਨਾ। ਕਿੰਨਾ ਹੋ ਗਿਆ ਅੱਜ ਕੱਲ੍ਹ ਤਾਂ ਦੇਖੋ ਤੁਸੀਂ, ਹੁਣ ਕਾਲ ਸੈਂਟਰ ਪਹਿਲਾਂ ਕਾਲ ਕਰਦੇ ਸੀ ਆਪਾਂ, ਹੁਣ ਏਅਰਟੈਲ ਦਾ ਨੰਬਰ ਹੋਵੇ, ਵੋਡਾਫੋਨ ਦਾ ਹੋਵੇ ਕਿ ਜੀ ਸਾਡਾ ਨੰਬਰ ਨਹੀਂ ਚੱਲਦਾ ਪਿਆ, ਇਹ ਨਹੀਂ ਹੋ ਗਿਆ। ਹੁਣ ਅੱਜ ਦੇ ਟਾਈਮ 'ਤੇ ਤੁਸੀਂ ਸਿੱਧਾ ਐਪ ਖੋਲੋ, ਏਅਰਟੈਲ ਦੀ ਐਪ ਖੋਲੋ, ਵੋਡਾਫੋਨ ਦੀ ਐਪ ਖੋਲੋ, ਵੋਡਾਫੋਨ ਆਈਡੀਆ ਦੀ ਐਪ ਖੋਲੋ, ਜੀਓ ਦੀ ਐਪ ਖੋਲੋ, ਨਾਲ ਦੇ ਨਾਲ ਤੁਹਾਡਾ ਇਸ਼ੂ ਰਿਜ਼ੋਲਵ ਹੋ ਜਾਂਦਾ ਹੈ। ਟੈਕਨੋਲੋਜੀ ਪ੍ਰੋਗਰੈਸ ਕਰ ਰਹੀ ਹੈ ਤੇ AI ਵੀ ਬਦਲਦੇ ਸਮੇਂ ਦੇ ਨਾਲ ਆਪਣੇ ਆਪ ਨੂੰ ਅਡੈਪਟ ਕਰਦਾ ਪਿਆ, ਅਸੀਂ ਵੀ ਅਡੈਪਟ ਹੋ ਰਹੇ ਹਾਂ। ਹੁਣ ਆਪਾਂ ਫਿਰ ਨੈਕਸਟ ਲਿਖਾਂਗੇ ਐਪਲੀਕੇਸ਼ਨ ਆਫ AI ਬਾਰੇ। ਦੇਖੋ ਟੌਪਿਕ ਸੀਗਾ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਇਟਸ ਇੰਪੈਕਟ ਔਨ ਦ ਵਰਲਡ। ਹੁਣ ਸਿੱਧਾ ਆਪਾਂ ਡੈਫੀਨੇਸ਼ਨ ਦੇ ਕੇ ਸਿੱਧਾ ਉਹਦੇ ਇੰਪੈਕਟ ਔਨ ਦ ਵਰਲਡ ਤੇ ਨਹੀਂ ਆ ਸਕਦੇ ਹਾਂ, ਪਹਿਲਾਂ ਆਪਾਂ ਨੂੰ ਉਹਦੀ ਐਪਲੀਕੇਸ਼ਨ ਬਾਰੇ ਗੱਲ ਦੱਸਣੀ ਹੈ। ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ ਆਪਾਂ ਦੇਖ ਰਹੇ ਹਾਂ, ਹੁਣ ਆਪਾਂ ਸਿਰੀ ਦੀ ਗੱਲ ਕਰੀਏ, ਐਲੈਕਸਾ ਦੀ ਗੱਲ ਕਰੀਏ, ਹੈ ਨਾ। ਹੁਣ ਦੇਖੀਏ ਗੂਗਲ ਬਾਰਡ ਹੋਵੇ, ਚੈਟ GPT ਹੋਵੇ, ਸੋ ਵੈਦਰ ਫੋਰਕਾਸਟਿੰਗ ਦੀ ਗੱਲ ਹੈ, ਫਾਈਨੈਂਸ਼ੀਅਲ ਫੋਰਕਾਸਟਿੰਗ ਦੀ ਗੱਲ ਹੈ, ਕਿੰਨਾ ਕੁਝ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਜ਼ਰੀਏ ਹੋ ਰਿਹਾ, ਜਿਹਦੇ ਕਰਕੇ ਸਾਡੀ ਜਿਹੜੀ ਮਿਹਨਤ ਹੈਗੀ ਹੈ, ਜਿਹੜਾ ਸਾਡਾ ਮਾਈਂਡ ਵਾਲਾ ਲੇਬਰ ਹੈਗਾ, ਉਹ ਘਟਦਾ ਪਿਆ। ਖਾਸ ਕਰਕੇ ਜਿਹੜਾ ਰਿਡੰਡੈਂਟ ਮੀਨਸ ਕਿ ਜਿਹੜਾ ਵੇਸਟੇਜ ਹੋ ਰਿਹਾ। ਦੇਖੋ ਮਿਹਨਤ ਕਰਨਾ ਵੇਸਟੇਜ ਨਹੀਂ ਹੁੰਦਾ, ਪਰ ਜਿਹੜਾ ਰਿਡੰਡੈਂਟ ਕੋਗਨੀਟਿਵ ਲੇਬਰ ਹੈਗਾ, ਜਿਹੜਾ ਇਹੋ ਜਿਹਾ ਕੰਮ ਹੈਗਾ ਜੋ ਕਿ ਮਸ਼ੀਨਾਂ ਕਰ ਸਕਦੀਆਂ ਨੇ, ਹੈ ਨਾ। ਹੁਣ ਜਿਵੇਂ ਆਪਾਂ ਕੈਲਕੂਲੇਟਰ ਯੂਜ਼ ਕਰਦੇ ਹਾਂ, ਹੁਣ ਮੈਂ ਮੈਥਸ 'ਚ ਕਮਜ਼ੋਰ ਹਾਂ, ਹੁਣ ਮੈਂ ਕਰਨਾ 325 × 525 ਕਿੰਨਾ ਹੁੰਦਾ ਹੈ, ਉਹ ਯਾਰ ਮੈਂ ਸੋਲਵ ਕਰਨ ਬੈਠਾਂਗਾ ਮੈਨੂੰ ਪਤਾ ਨਹੀਂ ਘੰਟਾ ਲੱਗ ਜਾਊਗਾ। ਜੇ ਮੈਂ ਕੈਲਕੂਲੇਟਰ ਤੇ ਬਹਿ ਕੇ ਸੋਲਵ ਕਰਾਂਗਾ 1 ਸੈਕਿੰਡ ਦੇ ਵਿੱਚ ਆਨਸਰ ਆ ਜਾਣਾ, ਮੇਰਾ ਕੰਮ ਸ਼ਾਰਟ ਹੋ ਰਿਹਾ। ਅਨਲੈਸ ਕਿ ਮੈਂ ਐਗਜ਼ਾਮ ਦੇ ਰਿਹਾ CSAT ਦਾ ਤੇ ਉੱਥੇ ਮੈਨੂੰ ਕੈਲਕੂਲੇਟ ਕਰਨਾ ਹੋਵੇ ਤਾਂ ਗੱਲ ਹੋਰ ਹੈਗੀ ਹੈ। ਪਰ ਡੇਲੀ ਆਪਣੀ ਡੇ ਟੂ ਡੇ ਆਪਰੇਸ਼ਨਸ ਲਈ ਆਪਾਂ ਨੂੰ ਕਿੰਨਾ ਬੈਨੀਫਿਟ ਹੁੰਦਾ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ। ਵੈਦਰ ਫੋਰਕਾਸਟਿੰਗ ਹੈ, ਫਾਈਨੈਂਸ਼ੀਅਲ ਫੋਰਕਾਸਟਿੰਗ ਹੈ, ਆਪਾਂ ਐਲੈਕਸਾ ਦੀ ਗੱਲ ਕਰੀਏ, ਸਿਰੀ ਦੀ ਗੱਲ ਕਰੀਏ, ਤੁਸੀਂ ਅੱਜ ਫੋਨ ਤੇ ਕੁਝ ਵੀ ਬੋਲੋ, ਤੁਸੀਂ TV ਤੇ ਕੁਝ ਬੋਲੋ, ਆਪਣੇ ਕੋਲ ਸਮਾਰਟ TV ਹੈਗਾ, ਤੁਸੀਂ ਬੋਲੋ YouTube ਤੇ ਮੈਂ ਸਲੀਪੀ ਕਲਾਸਿਸ ਲਾਈਵ ਦੇਖਣਾ ਹੈ, ਉਹ ਆਟੋਮੈਟਿਕਲੀ ਵੀਡੀਓ ਆ ਜਾਊਗਾ, ਤੁਹਾਨੂੰ ਸਿੱਧਾ ਸਰਚ ਕਰਨ ਦੀ ਲੋੜ ਵੀ ਨਹੀਂ ਹੈਗੀ ਹੈ। ਪਹਿਲਾਂ ਹੁੰਦਾ ਸੀ ਆਪਾਂ ਪਹਿਲਾਂ ਯਾਦ ਕਰਕੇ ਰੱਖਦੇ ਸੀਗੇ ਕਿ ਅੱਛਾ ਜੀ ਸਟਾਰ ਪਲੱਸ ਸੋ ਐਂਡ ਸੋ ਚੈਨਲ ਨੰਬਰ ਤੇ ਆਉਂਦਾ ਹੈਗਾ, ਮੈਂ ਆਪਣੇ ਬਚਪਨ ਦੀ ਗੱਲ ਕਰ ਰਿਹਾ, DD ਸਪੋਰਟਸ ਇਸ ਚੈਨਲ ਨੰਬਰ ਤੇ ਆਉਂਦਾ ਹੈਗਾ। ਹੁਣ ਤੁਹਾਨੂੰ ਯਾਦ ਰੱਖਣ ਦੀ ਲੋੜ ਨਹੀਂ ਹੈਗੀ, ਤੁਸੀਂ ਸਿੱਧਾ ਬੋਲੋ ਕਿ ਜੀ ਹੌਟਸਟਾਰ ਤੇ ਮੈਂ ਇਹ ਵਾਲਾ ਮੈਚ ਦੇਖਣਾ, ਉਹ ਸਿੱਧਾ ਆ ਜਾਊਗਾ, ਜਿਹੜੀ ਮਰਜ਼ੀ ਲੈਂਗੁਏਜ 'ਚ ਬੋਲੋ। ਹੁਣ AI ਇਨ ਮੈਡੀਸਨ ਦੀ ਗੱਲ ਕਰੀਏ, ਹੁਣ ਮੈਡੀਸਨ ਦੇ ਵਿੱਚ AI ਹੋਰ ਜ਼ਿਆਦਾ ਐਕਿਊਰੇਟ ਪ੍ਰੂਵ ਹੋ ਰਿਹਾ when it comes to designing personalized treatments। ਜਦੋਂ AI ਨੂੰ ਕੰਬਾਈਨ ਕੀਤਾ ਜਾਂਦਾ ਹੈ ਆਪਣੇ ਹਿਊਮਨ ਡਾਇਗਨੋਸਿਸ ਦੇ ਨਾਲ, ਐਰਰ ਰੇਟ ਕਿੰਨਾ ਆ ਰਿਹਾ ਹੈ, ਓਨਲੀ 0.5%। ਤੇ ਜੇ ਆਪਾਂ ਹਿਊਮਨ ਡਾਕਟਰਸ ਦੀ ਗੱਲ ਕਰੀਏ, ਜਦੋਂ ਡਾਇਗਨੋਸਿਸ ਕੇਵਲ ਹਿਊਮਨ ਡਾਇਗਨੋਸਿਸ ਹਿਊਮਨ ਡਾਕਟਰਸ ਕਰਦੇ ਨੇ, ਉਹਦੇ ਨਾਲ ਜਿਹੜਾ ਐਰਰ ਮਾਰਜਨ ਹੈਗਾ ਉਹ ਜ਼ਿਆਦਾ ਹੈਗਾ।
ਹੁਣ WHO ਕੀ ਕਹਿੰਦਾ, ਹੁਣ ਦੇਖੋ ਇਹ ਫੈਕਚੁਅਲ ਚੀਜ਼ ਹੈ, ਇਹ ਫੈਕਚੁਅਲ ਚੀਜ਼ ਇਦਾਂ ਦੀ ਆਪਾਂ ਨੂੰ ਲਿਖਣੀ ਹੁੰਦੀ ਹੈ। ਮੈਂ ਤੁਹਾਨੂੰ ਕੀ ਕਿਹਾ, ਲੱਲੇ ਫੱਬੇ ਨਹੀਂ ਲਿਖਣੇ ਆਪਾਂ, ਜਾ ਕੇ ਲੱਲੇ ਫੱਬੇ ਲਿਖੋਗੇ ਤੇ ਨਹੀਂ ਨੰਬਰ ਮਿਲਣੇ ਹੈਗੇ ਨੇ। WHO ਕੀ ਕਹਿੰਦਾ ਹੈਗਾ, WHO ਕਹਿੰਦਾ ਕਿ ਜੀ ਨਾਨ ਕਮਿਊਨੀਕੇਬਲ ਡਿਜ਼ੀਜ਼ਸ ਜਿਹੜੇ ਹੈਗੇ ਨੇ ਉਹਦੇ ਕਰਕੇ 90% 90% ਪ੍ਰੀਮੈਚੁਰ ਡੈਥਸ ਹੋ ਰਹੀਆਂ ਨੇ ਯੂਰਪ ਵਿੱਚ। ਸੋ ਦੇਅਰਫੋਰ ਜੇ ਡਾਇਗਨੋਸਿਸ ਬੈਟਰ ਹੋ ਸਕੇ ਤੇ ਇਹ ਡੈਥਸ ਨਹੀਂ ਹੋਣਗੀਆਂ। ਹੁਣ ਡਾਇਗਨੋਸਟਿਕ ਦੇ ਵਿੱਚ AI ਬੜਾ ਬੈਨੀਫੀਸ਼ੀਅਲ ਹੋ ਰਿਹਾ ਇੱਥੇ, ਜਿਹਦੇ ਕਰਕੇ ਕਿੰਨੀਆਂ ਲੱਖਾਂ ਜ਼ਿੰਦਗੀਆਂ ਬਚ ਸਕਦੀਆਂ ਨੇ। ਹੁਣ ਹੈਲਥ ਕੇਅਰ ਸੈਟਿੰਗਸ ਦੀ ਗੱਲ ਕਰੀਏ, AI is very good in identifying small anomalies and scans, and AI is also being very efficient as far as to classify the patients, maintain and track medical records, deal with the health insurance claims। ਹੁਣ ਨਹੀਂ ਤਾਂ ਪਹਿਲਾਂ ਇਹ ਚੀਜ਼ਾਂ ਇਨਸਾਨਾਂ ਨੂੰ ਯਾਦ ਰੱਖਣੀ ਹੁੰਦੀ ਸੀਗੀ, ਹੈ ਨਾ। ਯਾਦ ਹੁਣ ਤੁਸੀਂ ਇੰਨੇ ਬਦਾਮ ਖਾਈ ਚਲੋ ਰੋਜ਼, ਤੁਸੀਂ ਇੱਕ ਪੂਰਾ ਪੈਕੇਟ ਹੈ ਨਾ ਬਦਾਮ ਦਾ ਖਾ ਕੇ ਕਹੋ ਜੀ ਮੇਰਾ ਦਿਮਾਗ ਬੜਾ ਸ਼ਾਰਪ ਹੈਗਾ, ਜਾਂ ਫਿਰ ਤੁਸੀਂ ਮਸ਼ੀਨਾਂ ਦੇ ਉੱਪਰ ਕੰਮ ਛੱਡ ਦਿਓ। ਸੋ ਦੇਅਰਫੋਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਇਨੋਵੇਸ਼ਨਸ ਹੋਣਗੀਆਂ, ਜਿਹਦੇ ਕਰਕੇ ਆਪਾਂ ਦੇਖਾਂਗੇ ਕਿ AI ਅਸਿਸਟਿਡ ਰੋਬੋਟਿਕ ਸਰਜਰੀ ਵੀ ਹੋਣੀ ਹੈ। We will see the concept of virtual nurses, robotic nurses, even robotic doctors। Now you might say ਕਿ ਸਰ ਇਹਦੇ ਕਰਕੇ ਤਾਂ ਬੇਰੋਜ਼ਗਾਰੀ ਵੱਧ ਜਾਣੀ ਹੈ, ਜੇ ਡਾਕਟਰਾਂ ਦਾ ਕੰਮ, ਨਰਸਿਸ ਦਾ ਕੰਮ, ਹੈ ਨਾ, ਟੀਚਰਾਂ ਦਾ ਕੰਮ ਜੇ AI ਕਰੂਗਾ ਤੇ ਆਪਾਂ ਕੀ ਕਰਾਂਗੇ? ਇਹ ਵੀ ਗੱਲ ਬਿਲਕੁਲ ਜਾਇਜ਼ ਹੈਗੀ ਹੈ। ਚਲੋ AI ਐਂਡ ਐਜੂਕੇਸ਼ਨ ਦੀ ਗੱਲ ਕਰੀਏ, ਪਰ ਦੇਖੋ ਜਿਵੇਂ ਹੁਣ ਟੈਕਨੋਲੋਜੀ ਵੱਧਦੀ ਹੈ, ਟੈਕਨੋਲੋਜੀ ਚੇਂਜ ਹੁੰਦੀ ਹੈ, ਹੁਣ ਆਪਾਂ ਉਹਦੇ ਨੈਗੇਟਿਵ ਐਸਪੈਕਟ ਤੇ ਜੇ ਬਹੁਤਾ ਹਾਈਲਾਈਟ ਕਰਾਂਗੇ ਉਹ ਵੀ ਚੰਗੀ ਗੱਲ ਨਹੀਂ ਹੈਗੀ ਹੈ। ਆਪਾਂ ਐਸੇ ਲਿਖ ਰਹੇ ਹਾਂ, ਹੁਣ ਆਪਾਂ ਕੋਈ ਪੱਤਰਕਾਰੀ ਤਾਂ ਕਰ ਨਹੀਂ ਰਹੇ, ਤੁਸੀਂ ਕੋਈ ਨਿਊਜ਼ਪੇਪਰ 'ਚ ਜਾ ਕੇ ਆਰਟੀਕਲ ਨਹੀਂ ਲਿਖ ਕੇ ਆ ਰਹੇ ਹੋ, ਨਾ ਤੁਸੀਂ ਜਰਨਲਿਜ਼ਮ ਕਰ ਰਹੇ ਹੋ। ਤੁਸੀਂ ਸਿੱਧੀ ਜੀ ਗੱਲ ਸਮਝੋ ਕਿ ਜੇ ਤੁਸੀਂ UPSC ਹੈ ਜਾਂ ਚਾਹੇ ਪੰਜਾਬ PCS ਹੈ, ਜੇ अगर आप बहुत ही ज़्यादा नेगेटिव लिखना शुरू कर दोगे, अगर आप बहुत ज़्यादा बोलोगे नहीं जी AI ने तो बेड़ा गर्क कर दिया है, बहुत हमारी नौकरियां जा रही हैं, ये हो रहा है वो हो रहा है, आपको नंबर नहीं मिलने वाले हैं। देखो टेक्नोलॉजी अगर बदल रही है, टेक्नोलॉजी अगर अडेप्ट हो रही है बदलते समय के साथ, तो वो तो हमको भी अडेप्ट होना पड़ेगा ना। जहाँ पे 2 नई टेक्नोलॉजीज आ रही हैं, उन 2 नई टेक्नोलॉजी से जॉब क्रिएशन भी तो होगा, हमको भी तो सीखने को बहुत कुछ मिलेगा। तो आपको आपके आर्ग्यूमेंट जो है ना बहुत इंटेलिजेंट तरीके से लिखने हैं, ये नहीं बोलना कि जी AI तो जी बिल्कुल एक डेवास्टेटिंग चीज है, डिजास्टर है, एटसेट्रा एटसेट्रा। अब एजुकेशन की बात करते हैं, एजुकेशन ਦੇ ਚੱਲਦੇ AI ਦਾ ਕੀ ਹੁਣ ਲਾਭ ਹੈਗਾ? ਪਰਸਨਲਾਈਜ਼ਡ ਲਰਨਿੰਗ। AI ਦੇ ਕਰਕੇ ਆਪਾਂ ਪਰਸਨਲਾਈਜ਼ਡ ਪਲਾਨ, ਲਰਨਿੰਗ ਪਲਾਨਸ ਬਣਾ ਸਕਦੇ ਹਾਂ। ਹੁਣ ਮੇਰੇ ਵਰਗਾ ਬੱਚਾ ਜਿਹੜਾ ਸਕੂਲ 'ਚ ਬੜਾ ਬੈਕ ਬੈਂਚਰ ਸੀਗਾ, ਸ਼ਰਾਰਤਾਂ ਕਰਦਾ ਸੀਗਾ, ਹੁਣ ਜਿਹਨੂੰ ਮੈਥਸ ਬੜੀ ਕਮਜ਼ੋਰ ਸੀਗੀ, ਮੈਥਸ ਨਹੀਂ ਚੰਗੀ ਲੱਗਦੀ ਸੀਗੀ, ਹੁਣ ਜੇ ਅੱਜ ਮੈਂ ਸਕੂਲ 'ਚ ਜਾਵਾਂ, ਹੈ ਨਾ, ਹੁਣ ਚਲੋ ਕੱਲ੍ਹ ਨੂੰ ਮੇਰੇ ਬੱਚੇ ਜਾਣਗੇ ਸਕੂਲ 'ਚ, ਹੁਣ ਉਹਨਾਂ ਲਈ ਲਰਨਿੰਗ ਪਲਾਨਸ ਪਰਸਨਲਾਈਜ਼ ਕੀਤੇ ਜਾਣਗੇ ਕਿ ਜਿਹੜਾ ਬੱਚਾ ਹੁਸ਼ਿਆਰ ਹੈ ਉਹਦੇ ਲਈ ਉਹਦੇ ਹਿਸਾਬ ਨਾਲ ਲਰਨਿੰਗ ਪਲਾਨ ਹੋਵੇ, ਜਿਹੜਾ ਬੱਚਾ ਨਹੀਂ ਹੁਸ਼ਿਆਰ ਮੇਰੇ ਵਰਗਾ, ਹੈ ਨਾ, ਉਹਦੇ ਲਈ ਉਹਦੇ ਹਿਸਾਬ ਨਾਲ ਲਰਨਿੰਗ ਪਲਾਨਸ ਹੋਣਗੇ, ਡਿਪੈਂਡਿੰਗ ਅਪਨ ਦ ਸਟਰੈਂਥਸ ਐਂਡ ਦ ਵੀਕਨੈਸ। ਫੀਡਬੈਕ ਦੀ ਗੱਲ ਕਰੀਏ, AI ਦੇ ਚੱਲਦੇ ਸਟੂਡੈਂਟਸ ਨੂੰ ਇਮੀਡੀਏਟ ਫੀਡਬੈਕ ਮਿਲ ਸਕਦਾ ਹੈ। ਦੇਖੋ ਬੱਚੇ ਨੂੰ ਇੱਕ ਹੌਸਲਾ ਅਫਜ਼ਾਈ ਚਾਹੀਦੀ ਹੁੰਦੀ ਹੈ, ਹੁਣ ਬੱਚੇ ਨੂੰ ਇੱਕ ਸਹੀ ਦਿਸ਼ਾ ਚਾਹੀਦੀ ਹੈ। ਜੇ ਬੱਚਾ ਗਲਤ ਕਰ ਰਿਹਾ ਤਾਂ ਵੀ ਉਹਨੂੰ ਟੀਚਰ ਚਾਹੀਦਾ ਦੱਸਣ ਲਈ, ਜੇ ਬੱਚਾ ਸਹੀ ਕਰ ਰਿਹਾ ਤਾਂ ਵੀ ਟੀਚਰ ਚਾਹੀਦਾ ਕਿ ਹਾਂ ਵੀ ਸ਼ਾਬਾਸ਼ ਬੇਟਾ, ਥਾਪੀ ਮਾਰਨ ਲਈ ਕਿ ਤੂੰ ਵਧੀਆ ਕਰ ਰਿਹਾ। ਹੁਣ AI ਪਾਵਰਡ ਰਾਈਟਿੰਗ ਟਿਊਟਰਸ ਦੇ ਕੈਨ ਪ੍ਰੋਵਾਈਡ ਫੀਡਬੈਕ ਕਿ ਵੀ ਤੁਹਾਡਾ ਗ੍ਰਾਮਰ ਕਿੱਦਾਂ ਹੈਗਾ, ਤੁਹਾਡੀ ਪੰਕਚੁਏਸ਼ਨ ਕਿੱਦਾਂ ਹੈਗੀ ਹੈ, ਤੁਹਾਡਾ ਲਿਖਣ ਦਾ ਸਟਾਈਲ ਕਿਵੇਂ ਹੈਗਾ, ਤੁਹਾਡਾ ਸੈਂਟੈਂਸ ਫਾਰਮੇਸ਼ਨ ਕਿਵੇਂ ਹੈਗਾ। ਟਿਊਟਰਿੰਗ ਦੀ ਗੱਲ ਕਰੀਏ, AI ਪਾਵਰਡ ਟਿਊਟਰਸ ਕੈਨ ਪ੍ਰੋਵਾਈਡ ਸਟੂਡੈਂਟਸ ਵਿਦ 1-on-1 ਸਪੋਰਟ ਐਂਡ ਇੰਸਟਰਕਸ਼ਨ। ਸੋ ਚਾਹੇ ਆਪਾਂ ਅਸੈਸਮੈਂਟ ਦੀ ਗੱਲ ਕਰੀਏ, ਐਕਸੈਸਿਬਿਲਿਟੀ ਦੀ ਗੱਲ ਕਰੀਏ, ਹੁਣ AI ਦੇ ਚੱਲਦੇ ਹੁਣ ਮੈਂ ਤੁਹਾਡੇ ਨਾਲ ਹੁਣ ਇੰਗਲਿਸ਼ 'ਚ ਗੱਲ ਕਰ ਰਹਾ, ਵੈਸੇ ਤਾਂ ਪੰਜਾਬੀ 'ਚ ਕਰ ਰਿਹਾ, ਹੁਣ ਇਹ ਚੀਜ਼ ਇੰਗਲਿਸ਼ 'ਚ ਲਿਖੀ ਹੋਈ ਹੈ, ਹੁਣ ਇਹ ਚੀਜ਼ ਹੁਣ ਪੰਜਾਬੀ 'ਚ ਵੀ ਟਰਾਂਸਲੇਟ ਹੋ ਸਕਦੀ ਹੈ, ਇੱਦਾਂ ਦੇ ਟੂਲਸ ਆ ਗਏ ਨੇ। ਮੇਰੀ ਜਿਹੜੀ ਸਪੀਚ ਹੈ ਪੰਜਾਬੀ 'ਚ ਹਜੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਉਹ ਟਰਾਂਸਲੇਟ ਹੋ ਸਕਦੀ ਹੈ, तेलुगु 'ਚ ਵੀ ਹੋ ਸਕਦੀ ਹੈ, ਬੰਗਾਲੀ 'ਚ ਵੀ ਹੋ ਸਕਦੀ ਹੈ, ਥੈਂਕਸ ਟੂ AI। ਤੇ ਕਿੰਨਾ ਫਾਇਦਾ ਹੈਗਾ, ਦੇਖੋ ਕਿੰਨਾ ਚੰਗਾ ਕੰਟੈਂਟ। ਮੈਂ ਕਹਿੰਦਾ ਇੰਡੀਆ ਦੇ ਟੌਪ ਮੋਸਟ ਐਜੂਕੇਟਰਸ, ਮੈਂ ਕਹਿੰਦਾ ਕਿ ਸਲੀਪੀ ਕਲਾਸਿਸ ਤੋਂ ਇਲਾਵਾ ਹੋਰ ਵੀ ਬੜੇ ਵੱਡੇ ਇੱਦਾਂ YouTube ਚੈਨਲਸ ਨੇ, ਆਨਲਾਈਨ ਪਲੇਟਫਾਰਮਸ ਨੇ, ਜਿਹਦੇ ਵਿੱਚ ਬਹੁਤ ਵੱਡੇ ਐਜੂਕੇਟਰਸ ਕੰਮ ਕਰ ਰਹੇ ਨੇ। ਹੁਣ ਕਿਤੇ ਨਾ ਕਿਤੇ ਲੈਂਗੁਏਜ ਬੈਰੀਅਰ ਆ ਜਾਂਦਾ। ਹੁਣ ਮੰਨ ਲਓ ਕਿ ਮੈਂ ਹੁਣ ਇੰਗਲਿਸ਼ 'ਚ ਪੜ੍ਹਾ ਰਿਹਾ ਜਾਂ ਮੈਂ ਹਿੰਦੀ 'ਚ ਪੜ੍ਹਾ ਰਿਹਾ, ਪਰ ਇੱਕ ਬੱਚਾ ਹੈਗਾ ਉਹ ਮਰਾਠੀ 'ਚ ਚੀਜ਼ ਜ਼ਿਆਦਾ ਵਧੀਆ ਸਮਝਦਾ। ਹੁਣ ਤੁਸੀਂ ਪੰਜਾਬ ਦੇ ਹੋ, ਤੁਸੀਂ ਪੰਜਾਬੀ ਬੋਲੀ 'ਚ ਜ਼ਿਆਦਾ ਵਧੀਆ ਚੀਜ਼ ਸਮਝੋਗੇ, ਸਿੱਧੀ ਜੀ ਗੱਲ ਹੈਗੀ ਨਾ। ਹੁਣ ਲੈਂਗੁਏਜ ਬੈਰੀਅਰ ਨਾ ਬਣੇ, ਇਹਦੇ ਲਈ AI ਆ ਚੁੱਕਿਆ। ਹੁਣ ਦੱਸੋ ਫਾਇਦਾ ਹੈ ਕਿ ਨੁਕਸਾਨ ਹੈ? ਹੁਣ ਗੂਗਲ ਹੈ, ਮਾਈਕਰੋਸੌਫਟ ਹੈ, ਐਪਲ ਹੈ, IBM ਹੈ, ਇਹ ਵੀ ਇਨਵੈਸਟ ਕਰਦੇ ਪਏ ਨੇ AI ਨੇ ਇਨ ਆਰਟੀਫਿਸ਼ੀਅਲ ਇੰਟੈਲੀਜੈਂਸ ਇਨ ਐਜੂਕੇਸ਼ਨ। ਆਪਣੇ ਆਪ ਦੇ ਵਿੱਚ ਗੂਗਲ, ਮਾਈਕਰੋਸੌਫਟ, ਐਪਲ ਇਹ ਕੋਈ ਐਡੂਟੈਕ ਕੰਪਨੀਜ਼ ਤਾਂ ਨਹੀਂ ਹੈਗੇ ਨੇ, ਪਰ ਇਹ ਕਰਦੇ ਪਏ ਨੇ। ਹੁਣ ਮਾਈਕਰੋਸੌਫਟ ਦੀ ਗੱਲ ਕਰੀਏ, ਮਾਈਕਰੋਸੌਫਟ ਦਾ AI ਸਕੂਲ ਪ੍ਰੋਗਰਾਮ ਹੈ ਜੋ ਕਿ ਲਰਨਿੰਗ ਪਾਥ ਪ੍ਰੋਵਾਈਡ ਕਰ ਰਿਹਾ ਉਹਨਾਂ ਲੋਕਾਂ ਲਈ ਜੋ ਕਿ ਇੰਟਰਸਟਿਡ ਨੇ ਇਨ ਸਟੱਡਿੰਗ ਆਰਟੀਫਿਸ਼ੀਅਲ ਇੰਟੈਲੀਜੈਂਸ ਫॉर ਐਜੂਕੇਸ਼ਨ ਐਜ਼ ਅ ਕਰੀਅਰ। ਹੁਣ ਅੱਜ ਕੱਲ੍ਹ ਟੀਚਰਾਂ ਨੂੰ ਵੀ ਸਮਝਣਾ ਜ਼ਰੂਰੀ ਹੈ ਇਹੋ ਜਿਹੇ ਟੂਲਸ ਬਾਰੇ, ਜੇ ਤਾਂ ਆਪਣੀ ਨਾ ਰੋਜ਼ੀ ਰੋਟੀ ਕਮਾਣੀ, ਆਪਣੀ ਨੌਕਰੀ ਬਰਕਰਾਰ ਰੱਖਣੀ ਹੈ। ਹੋਰ ਕਾਫੀ ਸਾਰੇ ਪਲੇਟਫਾਰਮਸ ਨੇ, ਖਾਨ ਅਕੈਡਮੀ ਦੀ ਗੱਲ ਕਰੀਏ, ਠੀਕ ਹੈ, ਆਪਾਂ ਮੈਮੋਰਾਈਜ਼ ਦੀ ਗੱਲ ਕਰੀਏ, ਐਲਿਫ ਦੀ ਗੱਲ ਕਰੀਏ, ਐਲਸਾ ਦੀ ਗੱਲ ਕਰੀਏ, ਇਹ ਕੁਝ
ਚੰਦ ਐਡਟੈਕ ਕੰਪਨੀਜ਼ ਨੇ, ਐਡਟੈਕ AI ਸਟਾਰਟਅਪਸ ਨੇ, ਜਿਨ੍ਹਾਂ ਨੂੰ ਹੁਣ ਵਿਸ਼ਵ ਪੱਧਰ ਤੇ ਬਹੁਤ ਹੀ ਜ਼ਿਆਦਾ ਵਰਲਡ ਵਾਈਡ ਰੈਕਗਨੀਸ਼ਨ ਮਿਲੀ ਹੈ। ਸੋ ਇਹੋ ਚੀਜ਼ਾਂ ਹੋ ਰਹੀਆਂ ਨੇ। ਹੁਣ AI ਦੇ ਆਪਾਂ ਹੁਣ एप्लीकेशन की गल आप एजुकेशन च की है। देखो हूँ अगेन मैं आपके साथ जो यहाँ पे बात कर रहा हूँ कोई हाई लेवल की नहीं कर रहा हूँ, अगेन बहुत बेसिक बात कर रहा हूँ। ये बेसिक बातें आपने GS में पढ़ी होंगी, न्यूज़पेपर में पढ़ा होगा। मैं आपके साथ एक आइडिया डिस्कस कर रहा हूँ कि यदि आपने ऐसे लिखना है तो किस आधार पे लिखना है, कैसे आपका फ्लो होना चाहिए, कैसे आपका कोहेरेंस होना चाहिए। पहले डेफिनेशंस की बात करी, फिर हमने टास्क की बात करी, फिर एप्लीकेशन की बात करी, 2-3 एप्लीकेशंस के बारे में हमने बताया। अब यहां पे सवाल खड़ा होता है ऐसे में कि क्या इंसानों को AI की जरूरत है। अब देखो ये डिपेंड करता है, अब ये डिपेंड करेगा आपकी सोच के ऊपर। अब अगर तो आपको चीजें तेजी से करनी है, अगर आपको अपनी एफिशिएंसी बढ़ानी है, आपको अपनी इफेक्टिवनेस बढ़ानी है, तो भाई हाँ आपको फिर AI अडॉप्ट करना पड़ेगा। लेकिन अगर आप संतुष्ट हो, जे तुसी संतुष्ट हो कि भी हाँ यार मैनू मशीनां नहीं चाहिए, मैं तो हजे भी नोकिया 3300 है ना, नोकिया 6600 नाल खुश हाँ, मैं हजे भी पुराने फोन 1100 यूज करदा, मैनू कोई टेक्नोलॉजी नहीं चाहिए, मैनू कोई एप्पल वैप्पल इदा नहीं चाहिए हैगा, फिर ठीक है तुसी बैठे रहो। मतलब ये तुहाडी मर्जी के उपर हैगा कि तुसी अपनी लाइफ नू, अपने प्रोफैशन नू एफिशिएंट बनाना चाहते हो। हुण तुसी स्टूडेंट हो, तुसी अपनी स्टडीज़ नू एफिशिएंट बनाना चाहते हो, तुसी अपनी लर्निंग नू मज़ेदार ते एफिशिएंट बनाना चाहते हो, ये तुहाडी मर्जी है। देखो इतिहास गवाह है। देखो आपां पहला पत्थरां नू ना रब करके अग बालदे सीगे, हुण अपने कोल अज लाइटर हैगा, माचिस हैगी, कितना कुछ हैगा। ये तो इतिहास गवाह है कि कल नू पहलां आपां जदों हंटिंग भी करदे सीगे है ना, जिहड़े साडे दादे परदादे सीगे, 5000 साल पुरानी गल करां, वो पहलां पत्थरां नाल हंटिंग करदे सीगे। अज अपने कोल है ना हुण तां किन्ने सोफिस्टिकेटेड वैपन्स आ गए ने। The humans, it has been history is evident कि humans are always looking for something which is very faster, which is very effective, which is very easier, ताकि वो अपने टास्क ਨੂੰ खत्म कर सकਣ। ਹੁਣ ਪਹਿਲਾਂ ਹੁਣ ਜੇ ਟੀਚਰ ਦੀ ਗੱਲ ਕਰੀਏ ਬਲੈਕ ਬੋਰਡ ਤੇ ਲਿਖਣਾ ਪੈਂਦਾ ਸੀਗਾ ਕਿ ਵੀ ਤੁਸੀਂ ABCD ਇਦਾਂ ਚੀਜ਼ਾਂ ਲਲਿਫਾਬੇ ਲਿਖਦੇ ਪਏ ਹੋ। ਹੁਣ ਤੁਸੀਂ ਸਿੱਧਾ ਹੁਣ PPT ਬਣਾਓ, PPT ਬਣਾਉਣ 'ਚ ਤੁਹਾਨੂੰ ਹੁਣ ਕੋਈ ਰਜਿਸਟਰ ਦੀ ਲੋੜ ਨਹੀਂ, ਨਾ ਕੋਈ ਪੈਨ ਦੀ ਲੋੜ ਹੈਗੀ ਹੈ, ਤੁਸੀਂ ਬਸ ਟਾਈਪਿੰਗ ਕਰਨੀ ਹੈ, PPT ਬਣਾਉਣੀ ਹੈ, ਤੁਹਾਡਾ ਕੰਮ ਖਤਮ ਹੈ। ਹੁਣ ਉਹਦੇ ਨਾਲ ਟੀਚਿੰਗ ਇਫੈਕਟਿਵ ਹੋ ਰਹੀ ਹੈ। ਹੁਣ ਪਹਿਲਾਂ ਕੀ ਹੁੰਦਾ ਸੀਗਾ, ਬੱਚਿਆਂ ਨੂੰ ਨੋਟਸ ਲਿਖਾਉਂਦੇ ਸੀਗੇ ਕਿ ਵੀ ਇਹ ਨੋਟਸ ਲਿਖੋ, ਉਹ 2 ਘੰਟੇ ਦੀ ਕਲਾਸ ਹੁੰਦੀ ਸੀ, 2 ਘੰਟੇ ਦੇ ਵਿੱਚ ਘੰਟਾ 1.5 ਘੰਟਾ ਟੀਚਰ ਨੋਟਸ ਹੀ ਲਿਖਾਉਂਦਾ ਸੀਗਾ। ਹੁਣ ਉਹਦੀ ਲੋੜ ਨਹੀਂ ਹੈਗੀ ਹੈ, ਹੁਣ ਸਿੱਧਾ ਆਪਾਂ PPT ਸਾਹਮਣੇ। ਸੋ ਕਹਿਣ ਦਾ ਮਤਲਬ ਇਹ ਹੈਗਾ ਕਿ ਟਾਈਮ ਤਾਂ ਸੇਵ ਹੋ ਰਿਹਾ। ਸੋ ਹਿਊਮਨ ਨੇਚਰ ਹੈ, ਦੇਖੋ ਹਿਊਮਨ ਨੇਚਰ ਹੈਗਾ, ਹਿਊਮਨਸ ਵਿਲ ਡੂ ਐਵਰੀਥਿੰਗ ਟੂ ਅਵੋਇਡ ਹਾਰਡਸ਼ਿਪ, ਕਿ ਵੀ ਜਿਹੜੀ ਚੀਜ਼ ਸਾਨੂੰ ਜ਼ਿਆਦਾ ਹਾਰਡਸ਼ਿਪ ਨਾ ਹੋਣੀ ਹੋਵੇ, ਜਿਹੜੀ ਚੀਜ਼ ਸਾਨੂੰ ਈਜ਼ੀਲੀ ਮਿਲ ਜਾਏ, ਤੇ ਜਿਹੜੀ ਟੈਕਨੋਲੋਜੀ ਇਸਤੇਮਾਲ ਕਰਕੇ ਸਾਡਾ ਕੰਮ ਛੇਤੀ ਹੋ ਜਾਏ, ਉਹ ਚੀਜ਼ ਵਧੀਆ ਹੈ। ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ ਇਜ਼ one of those things। ਹੁਣ ਪਹਿਲਾਂ STD ਬੂਥ ਜਾਣਾ ਹੁੰਦਾ ਸੀਗਾ, ਕਿਸੇ ਨੂੰ ਬਾਹਰ ਆਪਣੇ ਵਿਲਾਇਤ ਕੋਈ ਆਪਣਾ ਫੋਰਨ ਦੇ ਵਿੱਚ ਕੋਈ ਜੇ ਬੈਠਾ ਰਿਸ਼ਤੇਦਾਰ ਉਹਨੂੰ ਕਾਲ ਕਰਨ ਲਈ, ਅੱਜ ਤੁਸੀਂ WhatsApp ਕਾਲ ਲਾਓ, ਅੱਜ ਤੁਸੀਂ WhatsApp ਵੀਡੀਓ ਕਾਲ ਕਰੋ, ਤੁਹਾਨੂੰ ਕਿਤੇ STD ਬੂਥ ਜਾਣ ਦੀ ਲੋੜ ਨਹੀਂ ਹੈਗੀ ਹੈ। So the invention to create new things becomes the incentive of human progress. We enjoy a much easier and more leisurely life today because of the contribution of technology. देखो जे आपां ह्यूमन सोसाइटी की गल करिए, आपां लोकां दी गल करिए, तो आपां तां ये टूल्स जिहदे करके एफिशिएंसी वधदी है, जिहदे करके ह्यूमन प्रोग्रेस हो रहा है, ये तो आपां किन्ने हज़ारां सालों तो यूज़ करते आ रहे हैं। ये तो कोई अज दी गल तां नहीं हैगी है। हाँ उदों एप्पल नहीं सीगा, उदों इंस्टाग्राम नहीं सीगा। So again एक रीसेंट स्टडी by the surgeons at the Children's National Medical Center in Washington। देखो हुण ये तुहाडा हार्ड वर्क सेव हो रहा है। हुण इहदे विच जिहड़ा मैं कंटेंट बनाया, हुण इहदे विच फैक्चुअल इन्फॉर्मेशन भी हैगी है, जेनरिक इन्फॉर्मेशन भी हैगी है, ते एनालिटिकल इन्फॉर्मेशन भी हैगी है। अपने एसे नूं मज़ेदार बनाउण लई सानूं फैक्चुअल गल्लां भी पाणी है, एग्जाम्पल्स भी पाने है, कंटैंपरेरी चीज़ां भी पाणियां ने, जिहदे करके सानूं ज़्यादा मार्क्स मिलण। देखो सीधा तुसीं ऐसे लिख के आओगे 50 ਦੇ ਵਿੱਚੋਂ 20 ਨੰਬਰ ਤਾਂ ਹਰ ਕਿਸੇ ਨੂੰ ਮਿਲ ਜਾਣਗੇ, ਬਟ ਜੇ ਆਪਾਂ 30 ਨੰਬਰ ਚਾਹੁੰਦੇ ਆ, ਜੇ ਆਪਾਂ 40 ਨੰਬਰ ਚਾਹੁੰਦੇ ਆ, 35 ਨੰਬਰ ਚਾਹੁੰਦੇ ਆ, ਫਿਰ ਆਪਾਂ ਨੂੰ ਕੁਝ ਐਕਸਟਰਾ ਕਰਨਾ ਪਏਗਾ ਨਾ। ਫੋਰ ਐਗਜ਼ਾਮਪਲ ਅ ਰੀਸੈਂਟ ਸਟੱਡੀ ਬਾय ਸਰਜਨਸ ਐਟ ਦ ਚਿਲਡਰਨਸ ਨੈਸ਼ਨਲ ਮੈਡੀਕਲ ਸੈਂਟਰ ਇਨ ਵਾਸ਼ਿੰਗਟਨ, ਉਹਨਾਂ ਨੇ ਡੈਮੋਨਸਟ੍ਰੇਟ ਕੀਤਾ ਕਿ ਵੀ ਸਰਜਰੀ ਰੋਬੋਟ ਨਾਲ ਵੀ ਹੋ ਸਕਦੀ ਹੈ, ਤੇ ਜਿਹੜੀ ਸਰਜਰੀ ਰੋਬੋਟ ਨਾਲ ਹੋਈ ਸੀਗੀ ਉਹ ਸਰਜਰੀ ਹਿਊਮਨ ਸਰਜਨ ਨਾਲੋਂ ਵੀ ਵਧੀਆ ਹੋਈ ਸੀਗੀ। ਹੁਣ ਹੈਲਥ ਕੇਅਰ ਦੇ ਵਿੱਚ ਤਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਬੱਲੇ ਬੱਲੇ ਕੀਤੀ ਹੋਈ ਹੈ कि भी डॉक्टरां नूं डायग्नोज करना सौखा हो रहा है, डॉक्टरां दा काम आसान हो रहा है, सोर्सेज ऑफ डिजीज़ हुण आपां नूं जल्दी पता लगदे पए ने, नॉन कम्यूनिकेबल डिजीज़ करके तुहानूं पता किन्नियां डेथ्स हुंदियां ने, वो चीज़ां घटदियां पईयां ने, ते आपां नूं ये भी पता लगदा पिया कि इलनेस जिहड़ी हैगी है वो जानलेवा हैगी कि नहीं हैगी है, ऑल बिकॉज ऑफ AI। दैन कंसर्नस भी आंदे ने। हुण आपां एंड दे विच जाके सटल तरीके नाल द वर्ड इज सटल, एक सटल तरीके नाल आपां लिखना हैगा कि की कंसर्नस आ रहे ने अराइजिंग आउट ऑफ AI ना। देखो हुण ठीक है, हुण आपां चीज़ तो आपां ही बनाई है, इंसान ने ही बनाई है,
ਹੁਣ ਜਿਹੜੀ ਚੀਜ਼ ਆਪਾਂ ਬਣਾਈ ਉਹ ਸਾਡੇ ਵਿਰੁੱਧ ਵੀ ਜਾ ਸਕਦੀ ਹੈ, ਜਸਟ ਬਿਕੋਜ਼ ਆਪਾਂ ਇੱਕ ਮਸ਼ੀਨ ਬਣਾਤੀ ਹੈ। ਹੁਣ ਅੱਜ ਆਪਾਂ ਇੰਨੇ ਆਲਸੀ ਹੋ ਗਏ ਕਿ ਵੀ ਅੱਜ ਆਪਾਂ ਨੂੰ ਕੋਈ ਚੀਜ਼ ਚੱਕਣੀ ਵੀ ਹੋਵੇ ਨਾ, ਉਹ ਕਹਿੰਦੇ ਕਿ ਵੀ ਮਸ਼ੀਨ ਚੱਕ ਲੂਗੀ। ਹੁਣ ਆਪਣੇ ਕੋਲ ਕੱਲ ਨੂੰ ਰਿਬੋਟ ਹੋਵੇ, ਉਹ ਰਿਬੋਟ ਨੇ ਕਮਰਾ ਵੀ ਸਾਫ਼ ਕਰ ਦੇਣਾ, ਰਿਬੋਟ ਨੇ ਆਮਲੇਟ ਵੀ ਬਣਾ ਦੇਣਾ, ਰਿਬੋਟ ਨੇ ਚਾਹ ਦਾ ਕੱਪ ਵੀ ਬਣਾ ਦੇਣਾ, ਰਿਬੋਟ ਨੇ ਸਭ ਕੁਝ ਕਰ ਦੇਣਾ। ਆਪਾਂ ਤਾਂ ਵੈਸੇ ਹੀ ਪੰਜਾਬ 'ਚ ਕਹਿੰਦੇ ਆਪਾਂ ਇੰਨੇ ਆਲਸੀ ਬੰਦੇ ਆ, ਆਪਾਂ ਤਾਂ ਕਹਿੰਦੇ ਕਿ ਸਾਡੇ ਬਿਹਾਫ ਤੇ ਕੋਈ ਹੋਰ ਬੰਦਾ ਜਿਮ ਚੱਲ ਜਾਏ ਤੇ ਸਾਡੇ ਲਈ ਬੋਡੀ ਬਣਾ ਕੇ ਆ ਜਾਏ, ਹੈ ਕਿ ਨਹੀਂ। ਹੁਣ ਕੱਲ ਨੂੰ ਕੀ ਪਤਾ ਇਦਾਂ ਵੀ ਹੋ ਜਾਏ। ਤਾਂ ਹਿਊਮਨ ਕਲੋਜ਼ਨੈਸ ਹੁਣ ਇੱਕ ਹੋਰ ਖਤਰਾ ਹੈਗਾ ਕਿ ਚਲੋ ਬੇਰੋਜ਼ਗਾਰੀ ਵਧੂਗੀ, ਅਨਇੰਪਲੋਇਮੈਂਟ ਹੋਊਗੀ। ਹਿਊਮਨ ਕਲੋਜ਼ਨੈਸ, ਹੁਣ ਮਸ਼ੀਨਾਂ ਆ ਗਈਆਂ, ਹੁਣ ਜਿਹੜਾ ਹਿਊਮਨ ਟੱਚ ਹੈ ਨਾ, ਫੇਸ ਟੂ ਫੇਸ ਮਿਲਣਾ, ਇੱਕ ਜਿਹੜਾ ਇੱਕ ਪਰਸਨਲ ਟੱਚ ਹੁੰਦਾ ਹੈ। ਹੁਣ ਜੇ ਕੱਲ ਨੂੰ ਮੇਰੀ ਥਾਂ ਤੇ ਰਿਬੋਟ ਇੱਥੇ ਪੜ੍ਹਾ ਰਿਹਾ, ਹੁਣ ਇੱਕ ਪਰਸਨਲ ਟੱਚ ਨਹੀਂ ਹੋ ਪਾਊਗਾ। ਜਿਹੜੇ ਇਮੋਸ਼ਨਸ ਨੇ ਮੇਰੇ ਅੰਦਰ, ਜਿਹੜਾ ਮੈਂ ਫੀਲ ਕਰ ਸਕਦਾ ਟੂਵਰਡਸ ਮਾਈ ਸਟੂਡੈਂਟ, ਉਹ ਚੀਜ਼ਾਂ ਸ਼ਾਇਦ ਰਿਬੋਟ ਨਾ ਫੇਸ ਕਰ ਸਕੇ। ਸੋ ਕਿਤੇ ਨਾ ਕਿਤੇ ਮਸ਼ੀਨਸ ਵਿੱਚ ਆ ਸਕਦੀਆਂ ਨੇ ਹਿਊਮਨ ਰਿਲੇਸ਼ਨਸ ਦੇ ਵਿੱਚ, ਪਰਸਨਲ ਗੈਦਰਿੰਗ ਤਾਂ ਉਹ ਮਜ਼ਾ ਨਹੀਂ ਹੋਊਗਾ ਜੋ ਪਹਿਲਾਂ ਹੁੰਦਾ ਸੀਗਾ ਜੇ ਮਸ਼ੀਨਾਂ ਆ ਜਾਣ। ਸੋ ਇਹ ਹੁਣ ਕੰਸਰਨਸ ਨੇ, ਹੈ ਨਾ। ਅਨਇੰਪਲੋਇਮੈਂਟ ਹੈ ਜਾਂ ਕਲੈਰੀਕਲ ਜੌਬ ਜਿਹੜੀ ਸੀਗੀਆਂ ਉਹ ਹੁਣ ਰਿਪਲੇਸ ਹੋ ਰਹੀਆਂ ਨੇ। ਮੈਂ ਤੁਹਾਨੂੰ ਕਾਲ ਸੈਂਟਰ ਦੀ ਗੱਲ ਦੱਸੀ, ਹੁਣ ਕਾਲ ਸੈਂਟਰ ਪਹਿਲਾਂ ਹੁੰਦਾ ਸੀ ਕਿ ਕਾਲ ਸੈਂਟਰ ਜਿਹੜਾ ਹੁਣ BPO ਇੰਡਸਟਰੀ ਹੈ ਉਹ ਬੜੀ ਬੂਮਿੰਗ ਇੰਡਸਟਰੀ ਸੀ ਅੱਜ ਤੋਂ 15-20 ਸਾਲ ਪਹਿਲਾਂ। ਹੁਣ AI ਆ ਗਿਆ, ਹੁਣ ਕਿਹੜਾ ਕਾਲ ਸੈਂਟਰ ਤੇ ਕੋਈ ਬੰਦਾ ਬੈਠਾ ਹੁੰਦਾ ਜਿਹੜਾ ਤੁਹਾਨੂੰ ਅਸਿਸਟ ਕਰੇਗਾ ਫੋਨ ਤੇ, ਸਾਰਾ ਕੁਝ AI ਤੇ ਹੋ ਜਾਂਦਾ ਹੈ। ਤੁਸੀਂ ਜ਼ੋਮੈਟੋ ਦੇ ਕੋਈ ਕੰਪਲੇਂਟ ਕਰਨੀ, ਤੁਸੀਂ ਉੱਥੇ ਨਾਲ ਦੇ ਨਾਲ ਐਪ ਤੇ ਤੁਸੀਂ ਕੰਪਲੇਂਟ ਕਰੋ, ਤੁਹਾਨੂੰ ਆਪਣਾ ਰੈਜ਼ੋਲੂਸ਼ਨ ਮਿਲ ਜਾਂਦਾ ਹੈਗਾ, ਤੁਹਾਨੂੰ ਹੈਲਪਲਾਈਨ ਤੇ ਕਾਲ ਕਰਨ ਦੀ ਲੋੜ ਨਹੀਂ ਹੈਗੀ, ਵਿਚ ਮੀਨਸ ਕਿ ਜਿਹੜੇ ਆਪਰੇਟਰ ਪਹਿਲਾਂ ਹੈਲਪਲਾਈਨ ਤੇ ਕੰਮ ਕਰਦੇ ਸੀ ਉਹਨਾਂ ਦੀ ਜੌਬ ਜਾ ਰਹੀ ਹੈ। सो कंक्लूजन की गल करिए, इत्थे एक चीज समझनी जरूरी है। आपका कंक्लूजन, हमने कंक्लूजन एक कंस्ट्रक्टिव वे में देनी है, एक कंस्ट्रक्टिव तरीके से हमने कंक्लूड करना है कि जिवें AI अराइज हो रहा है ना, ह्यूमन हैज अ न्यू चैलेंज इन टर्म्स ऑफ एस्टैब्लिशिंग अ रिलेशनशिप टुवर्ड्स समथिंग व्हिच इज नॉट नेचुरल इन इट्स ओन राइट, बिकॉज वी हैव क्रिएटेड दिस। ये चीज एक फ्रैंकनस्टाइन मॉन्स्टर ना बने, ये भी साडी रिस्पॉन्सिबिलिटी है। Human has created many things, yet never has human had to think of how to ethically relate to his own creation. AI by itself is without feeling or personality. एक चीज याद रखियो, मैं हमेशा कहना, technology is always value neutral. Value neutral. Technology is neither good neither bad, depends कि आप उसको कैसे यूज करते हो। So we understand that AI can have a negative impact. देखो अगेन समझो बात को कि ऐसे में मैं आपको ये नहीं कह रहा हूं कि सब कुछ ही अच्छा अच्छा बताना है। आपने एक सटल तरीके से आपने वहां पे मेंशन करना है कि नेगेटिव के क्या क्या कंसर्न्स हैं, नेगेटिव यहां पे क्या बातें आती हैं ऑफ आर्टिफिशियल इंटेलिजेंस, लेकिन आपने एक सटल तरीके से बताना है। तो यहां पे आप कह सकते हैं कि हाँ जी, माना कि भाई यहां पे इंपैक्ट, नेगेटिव इंपैक्ट ह्यूमंस और सोसाइटी के ऊपर हो रहा है। AI will not take off in its own by deviating from its originally designated purpose. इवन स्टीवन हॉकिंग ने कहा था। तो यहां पे कहने का मतलब यह है कि हम एक एथिक्स बना सकते हैं, वी कैन कोडिफाई एथिक्स फॉर आर्टिफिशियल इंटेलिजेंस, जिसके चलते इसका मिसयूज ना किया जाए। ਹੁਣ स्टीवन हॉकिंग ने आज तो 9-10 साल पहला क्या ਸੀਗਾ कि डेवलपमेंट ऑफ AI could spell the end of the mankind। ਹੁਣ ਇਹੋ ਜੀ ਜਿਹੜੀ ਕੋਟੇਸ਼ਨ ਹੈਗੀ ਹੈ, ਇਹ ਵੀ ਆਪਾਂ ਕੰਕਲੂਜਨ 'ਚ ਲਿਖ ਸਕਦੇ ਹਾਂ। ਸਟੀਵਨ ਹੌਕਿੰਗ ਦਾ ਬਹੁਤ ਵੱਡਾ ਨਾਮ ਹੈ। ਹੁਣ ਕੰਕਲੂਡਿੰਗ ਨੋਟ ਤੇ ਆਪਾਂ ਕਹਿ ਸਕਦੇ ਹਾਂ, ਉਹਨਾਂ ਨੇ ਇਹ ਕਿਹਾ ਸੀ ਕਿ ਵਨਸ ਹਿਊਮਨ ਡਿਵੈਲਪ AI, it may take off on its own and redesign itself eventually। So which means कि ਆਪਾਂ एक बड़े तरीके नाल AI बारे गल कीती है, ਉਹਦੀ ਐਪਲੀਕੇਸ਼ਨਸ ਬਾਰੇ ਗੱਲ ਕੀਤੀ ਹੈ, ਉਹਦੀ ਐਪਲੀਕੇਸ਼ਨਸ ਦੇ ਕੁਝ ਆਪਾਂ ਫਾਇਦੇ ਦੱਸੇ ਨੇ, ਆਪਾਂ ਕੰਸਰਨਸ ਵੀ ਦੱਸੇ ਨੇ ਤੇ ਆਪਾਂ ਇੱਕ ਸੋਲੂਸ਼ਨ ਵੀ ਦੱਸਿਆ ਹੈਗਾ। तो एक बैलेंस्ड अप्रोच ਨਾਲ ਆਪਾਂ ਕੋਸ਼ਿਸ਼ ਕੀਤੀ ਹੈ ਐਸੇ ਲਿਖਣ ਦੀ। ਸੋ ਫਰੈਂਡਸ, ਹੋਰ ਵੀ ਮਜ਼ਾ ਕਰਾਂਗੇ, ਹੋਰ ਵੀ ਇਦਾਂ ਦਾ ਬਹੁਤ ਜ਼ਿਆਦਾ ਬਿਹਤਰੀਨ ਕੰਟੈਂਟ ਤੁਸੀਂ ਦੇਖੋਗੇ ਸਾਡੇ ਪੰਜਾਬ ਸਿਵਲ ਸਰਵਿਸਿਜ਼, ਫਤਿਹ ਪੰਜਾਬ ਸਿਵਲ ਸਰਵਿਸਿਜ਼ ਐਸਏ ਕੋਰਸ 2024 ਦੇ ਵਿੱਚ। ਇਹਦਾ ਪ੍ਰਾਈਸ ਹੈ 2999। ਹੁਣ ਇਹਦੇ ਵਿੱਚ ਮੈਂ ਤੁਹਾਨੂੰ ਕੀ ਦੇ ਰਿਹਾ, ਇਹਦੇ ਵਿੱਚ ਤੁਹਾਨੂੰ ਕੰਟੈਂਟ ਲੈਕਚਰਸ, ਥੀਮ ਬੇਸਡ ਤੇ ਫਿਲੋਸਫੀਕਲ ਬੇਸਡ, ਤੁਹਾਨੂੰ ਘੱਟੋ ਘੱਟ 14-15 ਕੰਟੈਂਟ ਲੈਕਚਰਸ ਵੀਡੀਓ ਅਲੋਂਗ ਵਿਦ PDF ਦੇਖਣ ਨੂੰ ਮਿਲਣਗੇ। ਨਾਲ ਦੇ ਨਾਲ ਤੁਹਾਨੂੰ 2 ਹਾਫ ਲੈਂਥ ਟੈਸਟ ਤੇ 3 ਫੁੱਲ ਲੈਂਥ ਟੈਸਟ। ਹੁਣ ਇਹਦੇ ਵਿੱਚ ਇਹਨਾਂ ਦਾ ਵੀ ਤੁਹਾਨੂੰ ਮਾਡਲ ਐਸੇ ਮਿਲੇਗਾ, ਨਾਲ ਦੇ ਨਾਲ ਡਿਸਕਸ਼ਨ ਹੋਏਗੀ, ਡਾਊਟ ਡਿਸਕਸ਼ਨ ਹੋਣਗੇ, ਇਵੈਲੂਏਸ਼ਨ ਬਕਾਇਦਾ ਤੁਹਾਡੀ ਕੀਤੀ ਜਾਏਗੀ, 2 ਹਾਫ ਲੈਂਥ ਟੈਸਟ ਦੀ, 3 ਫੁੱਲ ਲੈਂਥ ਟੈਸਟ ਦੀ। ਨਾਲ ਦੇ ਨਾਲ ਤੁਹਾਨੂੰ 24 ਘੰਟੇ ਟੈਲੀਗ੍ਰਾਮ ਗਰੁੱਪ ਮੈਂਟਰਸ਼ਿਪ ਪ੍ਰੋਵਾਈਡ ਕੀਤੀ ਜਾ ਰਹੀ ਹੈ, ਐਂਡ ਨਾਲ ਦੇ ਨਾਲ ਤੁਹਾਨੂੰ ਪਰਸਨਲੀ ਮੇਰੇ ਨਾਲ 2 ਲਾਈਵ ਡਾਊਟ ਸੈਸ਼ਨਸ ਦਿੱਤੇ ਜਾਣਗੇ। ਦੇਖੋ, ਟੈਲੀਗ੍ਰਾਮ ਗਰੁੱਪ ਮੈਂਟਰਸ਼ਿਪ ਤਦ ਤੱਕ ਹੈ ਜਦ ਤੱਕ ਤੁਸੀਂ ਮੇਨਸ ਤੱਕ ਨਹੀਂ ਪਹੁੰਚਦੇ ਹੋ, तो ਤੁਸੀਂ ਜੁੜੇ ਹੋ। ਕਦੇ ਮਰਜ਼ੀ ਤੁਸੀਂ ਰੀਚ ਆਊਟ ਕਰਕੇ ਕਾਲ ਕਰ ਸਕਦੇ ਹੋ। 2999 ਇਹਦੀ ਪ੍ਰਾਈਸ ਹੈਗੀ ਬੱਚੇ। ਇਹਦੇ ਵਿੱਚ ਤੁਸੀਂ ਕੁਬੇਰ ਲਾਈਵ ਜੇ ਤੁਸੀਂ ਕੂਪਨ ਕੋਡ ਦਾ ਵਰਤੋਂ ਕਰਦੇ ਹੋ ਤੇ ਤੁਹਾਨੂੰ ਐਕਸਟਰਾ ਡਿਸਕਾਊਂਟ ਵੀ ਮਿਲੇਗਾ। ਠੀਕ ਹੈ ਜੀ, ਚਲੋ ਜਿਹੜੇ ਬੱਚੇ PCS ਐਸਪੀਰੈਂਟਸ ਹੈਗੇ ਨੇ, ਜਿਹੜਾ ਵੀਡੀਓ ਦੇਖ ਰਹੇ ਨੇ, ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸਿਓ ਕਿ ਵੀ ਮੈਂ PCS ਪੰਜਾਬ PCS ਐਸਪੀਰੈਂਟ ਹੈਗਾ ਜਾਂ ਹੈਗੀ ਆ। ਬਾਕੀ ਦੋਸਤੋ ਮਿਲਾਂਗੇ ਬਹੁਤ ਜਲਦ। ਥੈਂਕ ਯੂ ਸੋ ਮਚ। ਜੈ ਹਿੰਦ।